ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਤੁਹਾਡਾ ਸਭ ਦਾ ਸੱਜਣ ਮੀਡੀਆ ਉੱਤੇ ਸਵਾਗਤ ਹੈ। ਗੱਲ ਕਰਾਂਗੇ ਸਾਬਕਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਣਾ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ ਦੀ ਤੇ ਉਸ ਤੋਂ ਬਾਅਦ ਉਹਨਾਂ ਟਿੱਪਣੀਆਂ ਉੱਤੇ ਖੜੇ ਹੋਏ ਵਾਦ ਵਿਵਾਦ ਦੀ। ਤੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਉਹਨਾਂ ਨੇ ਤਾਂ ਮੰਗ ਕੀਤੀ ਹੈ ਕਿ ਸੁਨੀਲ ਜਾਖੜ ਆਪਣੀਆਂ ਜਿਹੜੀਆਂ ਟਿੱਪਣੀਆਂ ਹੈਗੀਆਂ ਦਲਿਤ ਸਮਾਜ ਦੇ ਬਾਰੇ ਉਹਨਾਂ ਲਈ ਮਾਫੀ ਮੰਗਣ ਤੇ ਨਾਲ ਹੀ ਉਹਨਾਂ ਹਾਈ ਕਮਾਂਡ ਤੋਂ ਇਸ ਗੱਲ ਦੀ ਮੰਗ ਕੀਤੀ ਹੈ ਕਿ ਹਾਈ ਕਮਾਂਡ ਉਹਨਾਂ ਨੂੰ ਕਾਂਗਰਸ ਵਿੱਚੋਂ ਬਾਹਰ ਕੱਢੇ। ਇਸ ਤਰ੍ਹਾਂ ਹੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੀ ਜਾ ਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੇ ਵੀ ਜਿਹੜੀਆਂ ਸੁਨੀਲ ਜਾਖੜ ਦੀਆਂ ਟਿੱਪਣੀਆਂ ਉਹਨਾਂ ਤੇ ਆਪਣੇ ਇਤਰਾਜ਼ ਪ੍ਰਗਟ ਕੀਤੇ ਹੈ ਤੇ ਹਾਈ ਕਮਾਂਡ ਨੂੰ ਕਾਰਵਾਈ ਲਈ ਕਿਹਾ। ਤੇ ਤੀਸਰਾ, ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਗਿਆਸਪੁਰਾ, ਉਹਨਾਂ ਨੇ ਵੀ ਮੰਗ ਕੀਤੀ ਹੈ ਸੋਨੀਆ ਗਾਂਧੀ ਤੋਂ ਕਿ ਸੁਨੀਲ ਜਾਖੜ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਉਹਨਾਂ ਨਾਲ ਦਲਿਤ ਸਮਾਜ ਦਾ ਜਿਹੜਾ ਅਪਮਾਨ ਹੋਇਆ ਔਰ ਉਸ ਦੇ ਲਈ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਖਿਲਾਫ ਤੇ ਸੁਨੀਲ ਜਾਖੜ ਹੋਣੀ ਇਸ ਦੇ ਲਈ ਬਕਾਇਦਾ ਮਾਫੀ ਮੰਗਣ। ਇਹ ਸਾਰੀ ਗੱਲ ਦੇ ਉੱਤੇ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਜੁੜੇ ਨੇ ਉੱਘੇ ਵਿਦਵਾਨ ਤੇ ਉੱਘੇ ਅੰਬੇਦਕਰਵਾਦੀ ਤੇ ਇੰਟਰਨੈਸ਼ਨਲ ਬੁੱਧਿਸਟ ਮਿਸ਼ਨ ਟਰਸਟ ਦੇ ਜਨਰਲ ਸੈਕਟਰੀ ਸ਼੍ਰੀ ਜਸਵੰਤ ਰਾਏ ਜੀ। ਮੈਂ ਉਹਨਾਂ ਨੂੰ ਜੀ ਆਇਆਂ ਆਖਦਾ। ਰਾਏ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ ਜੰਡੂ ਸਾਹਿਬ ਤੇ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਇਸ ਗੱਲ ਲਈ ਵੈਲਕਮ ਕਿ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਇਸ ਵਿਸ਼ੇ ਤੇ। ਥੈਂਕ ਯੂ। ਰਾਏ ਸਾਹਿਬ, ਤੁਸੀਂ ਕੀ ਸੋਚਦੇ ਹੋ ਜਿਹੜੀਆਂ ਸੁਨੀਲ ਜਾਖੜ ਹੋਣਾ ਟਿੱਪਣੀਆਂ ਕੀਤੀਆਂ ਤੇ ਜਿਹੜਾ ਉਸ ਤੋਂ ਬਾਅਦ ਵਾਦ ਵਿਵਾਦ ਪੈਦਾ ਹੋਇਆ ਤੇ ਖਾਸ ਕਰਕੇ ਜਿਹੜੀਆਂ ਉਹਨਾਂ ਦੇ ਪ੍ਰਤੀਕਰਮ ਵੀ ਆ ਰਹੇ ਉਹਨਾਂ ਬਾਰੇ ਇਹ ਗੱਲ ਆਈ ਹੈ ਕਿ ਉਹਨਾਂ ਨੇ ਦਲਿਤ ਸਮਾਜ ਦਾ ਅਪਮਾਨ ਕੀਤਾ ਅਜਿਹੀਆਂ ਟਿੱਪਣੀਆਂ ਕਰਕੇ? ਜੰਡੂ ਸਾਹਿਬ, ਬਹੁਤ ਸੈਂਸਿਟਿਵ ਟੌਪਿਕ ਹੈ ਇਹ। ਸੈਂਸਿਟਿਵ ਟੌਪਿਕ ਇਸ ਪੱਖ ਤੋਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਇਹ ਗੱਲ ਕੋਈ ਕਿਸੇ ਸਧਾਰਨ ਵਿਅਕਤੀ ਦੁਆਰਾ ਕਿਸੇ ਸਧਾਰਨ ਹਾਲਾਤਾਂ ਦੇ ਵਿੱਚ ਨਹੀਂ ਕਹੀ ਗਈ। ਇਹ ਇੱਕ ਐਸੇ ਵਿਅਕਤੀਤਵ ਦੁਆਰਾ ਗੱਲ ਕੀਤੀ ਗਈ ਆ ਜਿਹੜਾ ਵਿਅਕਤੀ ਬਹੁਤ ਲੰਬੇ ਸਮੇਂ ਤੋਂ ਇੱਕ ਪੋਲੀਟੀਕਲ ਪਾਰਟੀ ਦੇ ਅੰਦਰ, ਜਿਹਦਾ ਪੂਰਾ ਪਰਿਵਾਰ ਦਾ ਬਹੁਤ ਵੱਡਾ ਜਿਹੜਾ ਕਿਰਦਾਰ ਹੈ ਔਰ ਉਹ ਖੁਦ ਵੀ ਪਿਛਲੇ ਸਮੇਂ ਦੇ ਅੰਦਰ ਉਸ ਪਾਰਟੀ ਦੇ ਵਿੱਚ ਪੰਜਾਬ ਦੇ ਪ੍ਰਧਾਨ ਦੇ ਤੌਰ ਤੇ ਉਹਨਾਂ ਨੇ ਬੜਾ ਲੰਬਾ ਸਮਾਂ ਆਪਣੀਆਂ ਜਿਹੜੀਆਂ ਸੇਵਾਵਾਂ ਦਿੱਤੀਆਂ। ਸੋ ਹੁਣ ਜਦੋਂ ਸੂਬੇ ਦੇ ਅੰਦਰ ਕਾਂਗਰਸ ਪਾਰਟੀ ਵੱਲੋਂ ਆਪਣੇ ਮੁੱਖ ਮੰਤਰੀ ਨੂੰ ਬਦਲਣ ਤੋਂ ਬਾਅਦ ਬਤੌਰ ਮੁੱਖ ਮੰਤਰੀ ਮਾਨਯੋਗ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਹੋਣਾ ਨੂੰ, ਚਾਹੇ ਬੜੇ ਔਖੇ ਹਾਲਾਤਾਂ ਦੇ ਵਿੱਚ ਹੀ ਉਹਨਾਂ ਨੇ ਕੁਝ ਸਮੇਂ ਲਈ ਲਗਭਗ ਆਜ਼ਾਦੀ ਤੋਂ ਬਾਅਦ, ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ 72-73 ਸਾਲ ਬੀਤਣ ਤੋਂ ਬਾਅਦ ਉਹਨਾਂ ਨੂੰ ਥੋੜੇ ਸਮੇਂ ਦਾ ਮੁੱਖ ਮੰਤਰੀ ਹੀ ਬਣਾਇਆ ਸੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਇੱਦਾਂ ਦੀਆਂ ਟਿੱਪਣੀਆਂ ਜਿਹੜੀਆਂ ਹੈਗੀਆਂ ਉਹ ਆਪਣੇ ਆਪ ਦੇ ਅੰਦਰ ਬਹੁਤ ਮਹੱਤਵ ਰੱਖਦੀਆਂ। ਔਰ ਮੈਂ ਪਹਿਲਾਂ ਤਾਂ ਇਸ ਟਿੱਪਣੀ ਦਾ, ਜਿੱਥੇ ਇਹ ਇੰਨੀ ਮਾੜੀ ਹੈ, ਉਹਨੂੰ ਕੰਡੈਮ ਕਰਦਾ। ਔਰ ਨਾਲ ਦੀ ਨਾਲ ਮੈਂ ਜਿਹੜੀ ਆਪਣੀ ਸਮਾਜ ਦੇ ਇਸ ਵਰਗ ਦੇ ਨਾਲ ਜਵਲੰਤ ਵਿਸ਼ਾ ਹੈ, ਇਸ ਵਿਸ਼ੇ ਦੇ ਉੱਤੇ ਬਹੁਤ ਕਿਹਾ ਜਾ ਸਕਦਾ ਕਿ ਇਸ ਤੋਂ ਪਹਿਲਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ, ਜਿਹੜੇ ਇਸ ਵੱਡੇ ਫਿਰਕੇ ਦੇ ਪ੍ਰਤੀ ਬਹੁਤ ਜ਼ਿਆਦਾ ਚਿੰਤਤ ਸੀਗੇ ਤੇ ਉਸ ਵੇਲੇ ਦੀ ਕਾਂਗਰਸ ਦੇ ਅੰਦਰ ਮਹਾਤਮਾ ਗਾਂਧੀ ਔਰ ਸਰਦਾਰ ਪਟੇਲ, ਦੋ ਵੱਡੇ ਆਗੂ ਜਿਹੜੇ ਹੈ, ਉਹ ਉਸ ਸਮੇਂ ਆਪਣਾ ਬਹੁਤ ਵੱਡਾ ਨਾਮ ਰੱਖਦੇ ਸੀਗੇ। ਤੇ ਇਹ ਗੱਲ ਉੱਥੋਂ ਸ਼ੁਰੂ ਹੋਈ ਹੈ ਜਦੋਂ ਉਹਨਾਂ ਨੇ ਆਪਣੇ ਇਸ ਸਮਾਜ ਦੇ ਪ੍ਰਤੀ ਜਿਹੜੀ ਇਸ ਵਿਸ਼ੇ ਦੇ ਉੱਤੇ ਆਪਣੀ ਗੱਲ ਕਰਨੀ ਚਾਹੀ ਤੇ ਕਾਂਗਰਸ ਦੇ ਅੰਦਰ ਇਹ ਗੱਲ ਜਿਹੜੀ ਆ ਉਹ ਹਜ਼ਮ ਨਹੀਂ ਹੋ ਰਹੀ। ਸੋ ਉਸ ਤੋਂ ਬਾਅਦ ਜਦੋਂ ਫਿਰ ਇਹ ਗੱਲ ਅੱਗੇ ਚੱਲ ਕੇ ਦੇਸ਼ ਦੇ ਅੰਦਰ ਬ੍ਰਿਟਿਸ਼ ਸਰਕਾਰ ਵੱਲੋਂ ਸਾਈਮਨ ਕਮਿਸ਼ਨ ਜਿਹੜਾ ਹੈ ਉਹ ਭੇਜਿਆ ਗਿਆ ਤੇ ਸਾਈਮਨ ਕਮਿਸ਼ਨ ਦਾ ਵਿਰੋਧ ਜਿਹੜਾ ਹੈ ਕਾਂਗਰਸ ਵੱਲੋਂ ਖੁੱਲੇ ਤੌਰ ਤੇ ਕੀਤਾ ਗਿਆ, ਜਦੋਂ ਕਿ ਉਹਨੇ ਇਸ ਸਾਡੇ ਦੇਸ਼ ਦੇ ਅੰਦਰ ਇਸ ਖਾਸ ਫਿਰਕੇ ਦੇ ਨਾਲ ਹੋ ਰਹੀਆਂ ਜਿਹੜੀਆਂ ਬਦਸਲੂਕੀਆਂ ਜਾਂ ਵਧੀਕੀਆਂ ਉਹਦੇ ਤੇ ਆਪਣੇ ਜਿਹੜਾ ਮਤ ਹੈ ਉਹ ਬਣਾ ਕੇ ਤੇ ਇੱਕ ਰਿਪੋਰਟ ਦੇਣੀ ਸੀ। ਸੋ ਉਸ ਤੋਂ ਬਾਅਦ ਦੂਸਰਾ ਪਾਰਟ ਸ਼ੁਰੂ ਹੁੰਦਾ ਕਿ ਜਦੋਂ ਉਹ ਰਿਪੋਰਟ ਚਲੇ ਜਾਂਦੀ ਹੈ, ਉਹਦੇ ਤੇ ਕੋਈ ਸਹਿਮਤੀ ਨਹੀਂ ਬਣਦੀ ਤੇ ਬ੍ਰਿਟਿਸ਼ ਸਰਕਾਰ ਵੱਲੋਂ ਰਾਊਂਡ ਟੇਬਲ ਕਾਨਫਰੰਸਾਂ 3 ਕੀਤੀਆਂ ਜਾਂਦੀਆਂ। ਉਹ 3 ਰਾਊਂਡ ਟੇਬਲ ਕਾਨਫਰੰਸ ਦੇ ਅੰਦਰ ਗਾਂਧੀ ਜੀ ਵੱਲੋਂ
ਜਿਹੜਾ ਵਤੀਰਾ ਅਪਣਾਇਆ ਗਿਆ ਉਹ ਵਤੀਰਾ ਵੀ ਇਸ ਵੱਡੇ ਸਮਾਜ ਦੇ ਵਿਰੋਧ ਦੇ ਵਿੱਚ ਸੀਗਾ। ਔਰ ਉਸ ਤੋਂ ਬਾਅਦ ਤੀਸਰਾ ਪੱਖ ਜਦੋਂ ਬ੍ਰਿਟਿਸ਼ ਸਰਕਾਰ ਵੱਲੋਂ ਜਿਹੜਾ ਕਮਿਊਨਲ ਅਵਾਰਡ ਨਾਂ ਦਾ ਜਿਹੜਾ ਮਤਲਬ ਹੈ, ਉਹਨਾਂ ਨੇ ਇੱਕ ਆਰਡਰ ਪਾਸ ਕੀਤਾ ਤੇ ਉਸ ਆਰਡਰ ਦੇ ਵਿਰੋਧ ਦੇ ਵਿੱਚ ਵੀ ਮਹਾਤਮਾ ਗਾਂਧੀ ਵੱਲੋਂ ਯਰਬਦਾ ਜੇਲ੍ਹ ਦੇ ਅੰਦਰ ਇਕਲੌਤਾ ਜਿਹੜਾ ਮਰਨ ਵਰਤ ਹੈ ਉਹ ਇਸ ਵਿਸ਼ੇ ਦੇ ਉੱਤੇ ਇਹਨਾਂ ਨੂੰ ਮਿਲੇ ਅਧਿਕਾਰਾਂ ਦੇ ਖਿਲਾਫ ਸ਼ੁਰੂ ਕਰ ਲਿਆ ਸੀ। ਔਰ ਉਹ ਤੋਂ ਬਾਅਦ ਜਿਹੜਾ ਪੂਨਾ ਪੈਕਟ ਹੈ ਉਹ ਮਹਾਤਮਾ ਗਾਂਧੀ ਔਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਦਰਮਿਆਨ ਹੋਇਆ। ਔਰ ਉਸ ਤੋਂ ਬਾਅਦ ਜਿਹੜੀ ਸਥਿਤੀ ਹੈ ਹੋਰ ਜ਼ਿਆਦਾ ਉਗੜਵੀਂ ਸਾਹਮਣੇ ਆ ਜਾਂਦੀ ਹੈ ਕਿ ਜਿੱਦਾਂ ਹੀ ਦੇਸ਼ ਦੇ ਅੰਦਰ ਆਜ਼ਾਦੀ ਦੀ ਜਿਹੜੀ ਹੈਗੀ ਆ ਉਹ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤੇ ਦੇਸ਼ ਦਾ ਸੰਵਿਧਾਨ ਬਣਾਉਣ ਦੀ ਗੱਲ ਚੱਲਦੀ ਹੈ ਤੇ ਦੇਸ਼ ਦਾ ਸੰਵਿਧਾਨ ਬਣਾਉਣ ਵਾਸਤੇ ਜਿਹੜੀ ਦੇਸ਼ ਦੀ ਸਰਵਉੱਚ ਸਭਾ ਚੁਣੀ ਜਾਣੀ ਆ ਉਹਦੇ 'ਚ ਡਾਕਟਰ ਅੰਬੇਦਕਰ ਸਾਹਿਬ ਵੀ ਆਪਣੀ ਐਂਟਰੀ ਵਾਸਤੇ ਕੋਸ਼ਿਸ਼ ਕਰਦੇ ਆ ਤੇ ਸਰਦਾਰ ਵੱਲਭ ਭਾਈ ਪਟੇਲ ਵੱਲੋਂ ਇੱਕ ਬਹੁਤ ਵੱਡੀ ਸਟੇਟਮੈਂਟ ਵੀ ਉਸ ਵੇਲੇ ਦਿੱਤੀ ਗਈ। ਉਹ ਸਟੇਟਮੈਂਟ ਸੀਗੀ ਕਿ ਡਾਕਟਰ ਅੰਬੇਦਕਰ ਤੁਸੀਂ ਇਸ ਸਦਨ ਦੇ ਅੰਦਰ ਨਾ ਆ ਸਕੋ ਉਹਦੇ ਵਾਸਤੇ ਅਸੀਂ ਇਕੱਲੇ ਦਰਵਾਜ਼ੇ ਨਹੀਂ, ਖਿੜਕੀਆਂ ਤੇ ਰੋਸ਼ਨਦਾਨ ਵੀ ਬੰਦ ਕਰ ਦਿੱਤੇ ਆ। ਇਹ ਸਾਬਿਤ ਕਰਦਾ ਕਿ ਇਹ ਇਸ ਪਾਰਟੀ ਦੇ ਅੰਦਰ ਇਕੱਲੇ ਕੁਝ ਲੋਕਾਂ ਦੇ ਬਿਆਨ ਨਹੀਂ ਹੈ, ਇਹ ਬਿਆਨਾਂ ਤੋਂ ਅੱਗੇ ਚੱਲ ਕੇ ਉਹਨਾਂ ਦੀ ਇੱਕ ਮਾਨਸਿਕਤਾ ਆ। ਉਹ ਮਾਨਸਿਕਤਾ ਰਾਏ ਸਾਹਿਬ ਵੈਸੇ ਵੀ ਜਿਹੜੀ ਬਕਾਇਦਾ ਜਿਹੜੀ ਇਹ ਬਿਆਨ ਵੀ ਆ ਰਿਹਾ, ਪ੍ਰਤੀਕਰਮ ਆ ਰਿਹਾ, ਉਹਨਾਂ 'ਚ ਇਹ ਗੱਲ ਕਹੀ ਗਈ ਹੈ ਕਿ ਜੋ ਕੁਝ ਸੁਨੀਲ ਜਾਖੜ ਉਹਨਾਂ ਨੇ ਕਿਹਾ ਇਹ ਉਹਨਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਤੇ ਸੰਖੇਪ 'ਚ ਇਹਦੇ ਬਾਰੇ ਤੁਸੀਂ ਕਿਉਂ ਦੱਸੋ। ਸਰ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਦੇ ਸਮੇਂ ਦੇ ਅੰਦਰ ਸਿਰਫ ਉਹਨਾਂ ਦੇ ਵਿਰੋਧ ਦੇ ਵਿੱਚ ਕਿ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਵੇ, ਉਹਨਾਂ ਦੇ ਵਿਰੁੱਧ ਐਕਸ਼ਨ ਲਿਆ ਜਾਵੇ, ਮੈਂ ਸਮਝਦਾ ਇਹ ਕੋਈ ਏਡੀ ਵੱਡੀ ਗੱਲ ਨਹੀਂ ਹੈ। ਜਦੋਂ ਮਾਨਸਿਕਤਾ ਦੀ ਗੱਲ ਹੈਗੀ ਆ ਤੇ ਮਾਨਸਿਕਤਾ ਦੇ ਪਿੱਛੇ ਇੱਕ ਵਿਚਾਰਧਾਰਾ ਹੁੰਦੀ ਆ। ਉਹ ਵਿਚਾਰਧਾਰਾ ਜਿਹੜੀ ਹੈ ਉੱਥੇ ਦਾ ਜਿਹੜਾ ਸਿਰਜਿਆ ਹੋਇਆ ਐਟਮੋਸਫੀਅਰ ਹੈ ਉਹਦੇ ਵਿੱਚੋਂ ਨਿਕਲਦੀ ਆ। ਇਹਦਾ ਮਤਲਬ ਇਹ ਹੈ ਵੀ ਮਹਾਤਮਾ ਗਾਂਧੀ ਵੱਲਭ ਭਾਈ ਪਟੇਲ ਤੋਂ ਚੱਲਦੇ ਹੋਏ ਇਹ ਜਿਹੜੀ ਵਿਚਾਰਧਾਰਾ ਹੈਗੀ ਆ ਅੱਜ ਸੁਨੀਲ ਜਾਖੜ ਹੋਣਾ ਤੱਕ ਵੀ ਉਦਾਂ ਹੀ ਪ੍ਰਵੇਲ ਕਰ ਰਹੀ ਹੈ। ਸੋ ਇਹਦੇ ਲਈ ਮੰਗ ਪੱਤਰ ਦੇਣੇ ਜਾਂ ਉਹਨਾਂ ਤੋਂ ਅਸਤੀਫੇ ਦੀ ਮੰਗ ਕਰਨਾ ਜਾਂ ਉਹਨਾਂ ਦੇ ਕੱਲਿਆਂ ਵਿਰੁੱਧ ਕੋਈ ਜਿਹੜੀ ਹੈਗੀ ਆ ਸਜ਼ਾ ਦੀ ਮੰਗ ਕਰਨਾ ਇਹ ਬਹੁਤੀ ਕੋਈ ਵੱਡੀ ਗੱਲ ਨਹੀਂ ਹੈ। ਇਹਦੇ ਤੇ ਬਹੁਤ ਵੱਡਾ ਜਿਹੜਾ ਹੈਗਾ ਉਹ ਵਿਚਾਰ ਚਰਚਾ ਹੋਣੀ ਬਣਦੀ ਹੈ ਕਿ ਕੀ ਕਾਂਗਰਸ ਜਿਹਨੇ ਲੰਬਾ ਸਮਾਂ ਦੇਸ਼ ਦੇ ਉੱਤੇ ਰੂਲ ਕੀਤਾ ਹੈਗਾ, ਆਪਣੇ ਆਪ ਨੂੰ ਸਭ ਤੋਂ ਪੁਰਾਣੀ ਪਾਰਟੀ ਕਹਾਉਣ ਤੋਂ ਬਾਅਦ ਸਾਰੇ ਲੀਡਰ ਜਿਹੜੇ ਆਪਣੇ ਆਪ ਨੂੰ ਵੀ ਅਸੀਂ ਵੀ ਇਹਨਾਂ ਵਾਸਤੇ ਬਹੁਤ ਕੀਤਾ, ਅਸੀਂ ਵੀ ਇਹਨਾਂ ਵਾਸਤੇ ਬਹੁਤ ਕੀਤਾ। ਮਾਨਯੋਗ ਜਾਖੜ ਸਾਹਿਬ ਵੀ ਇਹ ਕਹਿ ਰਹੇ ਆ ਕਿ ਮੈਂ ਤਾਂ ਇਸ ਫਿਰਕੇ ਵਾਸਤੇ ਬਨਿਸਬਤ ਸਾਰੇ ਫਿਰਕਿਆਂ ਵਾਸਤੇ ਬਹੁਤ ਕੁਝ ਕੀਤਾ ਤੇ ਪਰ ਉਹਨਾਂ ਦੀ ਉਹਨਾਂ ਨੇ ਬਕਾਇਦਾ ਰਾਏ ਸਾਹਿਬ ਉਹਨਾਂ ਨੇ ਇਹ ਗੱਲ ਕਹੀ ਹੈਗੀ ਹੈ ਕਿ ਮੈਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਕਿਸੇ ਜਾਤ ਦੇ ਵਿਰੁੱਧ, ਕਿਸੇ ਵਰਗ ਦੇ ਵਿਰੁੱਧ। ਔਰ ਮੈਂ ਜਿਹੜੀ ਹੈ ਇੰਟਰਵਿਊ ਜਿਹੜੀ ਮੇਰੀ ਹੈ, ਜਿਹੜੇ ਵੀ ਇਸ ਬਿਆਨ ਤੇ ਆਪਣੇ ਪ੍ਰਤੀਕਰਮ ਦੇ ਰਹੇ ਆ ਉਹ ਮੇਰੀ ਇੰਟਰਵਿਊ ਨੂੰ ਪੂਰਾ ਜ਼ਰੂਰ ਸੁਣ, ਉਹਦੇ ਪ੍ਰਸੰਗ ਵਿੱਚ ਦੇਖਣ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈਗੀ ਹੈ ਕਿ ਮੈਂ ਤਾਂ ਸਗੋਂ ਜਿਹੜੀਆਂ ਕਮਜ਼ੋਰ ਵਰਗਾਂ ਲਈ, ਦਲਿਤ ਸਮਾਜ ਦੇ ਲਈ ਜਿੰਨੀਆਂ ਵੀ ਮੁਹਿੰਮਾਂ ਚੱਲੀਆਂ ਉਹਦੇ ਵਿੱਚ ਮੈਂ ਭਰਵਾਂ ਜਿਹੜਾ ਸ਼ਮੂਲੀਅਤ ਕੀਤੀ ਹੈ ਆਪਣੀ, ਉਹਨਾਂ ਦਾ ਇਹ ਕਹਿਣਾ। ਹਾਂ ਬਿਲਕੁਲ ਜਿੰਦ ਸਾਹਿਬ ਬਹੁਤ ਵਧੀਆ। ਦੇਖੋ ਇਹ ਜਿਹੜੀ ਮਾਨਸਿਕਤਾ ਹੁੰਦੀ ਹੈ ਨਾ ਜੀ, ਉਹ ਮਾਨਸਿਕਤਾ ਆਪਣੇ ਆਪ ਸਾਫ਼ ਝਲਕਦੀ ਆ। ਆਪਾਂ ਉਹਨਾਂ ਦੀ ਜਿਹੜੀ ਇੰਟਰਵਿਊ ਹੈਗੀ ਆ ਉਹਨੂੰ ਦੇਖੀਏ ਕਿਉਂਕਿ ਉਹ ਇੰਟਰਵਿਊ ਕਿਸ ਪ੍ਰਸੰਗ 'ਚ ਚੱਲਦੀ ਆ, ਇੰਟਰਵਿਊ ਦੇ ਵਿੱਚ ਸਵਾਲਾਤ ਕਿਹੜੇ ਚੱਲਦੇ ਆ। ਜਦੋਂ ਉਹਨਾਂ ਨੂੰ ਤੁਸੀਂ ਕੋਰਿਲੇਟ ਕਰਦੇ ਹੋ ਤੇ ਕੋਰਿਲੇਟ ਉਹਦੇ ਨਾਲ ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਆ। ਉਹ ਐਗਜ਼ਾਮਪਲ ਇਹ ਦਿੱਤੀ ਆ ਕਿ ਇੱਕ ਸਾਡਾ ਹੀ ਬਹੁਤ ਵੱਡਾ ਲੀਡਰ ਉਹ ਇਹ ਕਹਿੰਦਾ ਕਿ ਮੈਂ ਤਾਂ ਓਡਾ ਵੱਡਾ ਸੀ ਨਹੀਂ, ਮੇਰਾ ਭਾਂਡਾ ਓਡਾ ਵੱਡਾ ਸੀ ਨਹੀਂ ਜਿਹਦੇ ਵਿੱਚ ਇੰਨਾ ਕੁਝ ਪਾ ਦਿੱਤਾ। ਔਰ ਉਹ ਜਿਹੜੀ ਸਟੇਟਮੈਂਟ ਹੈ ਉਹ ਮਾਨਯੋਗ ਸਰਦਾਰ ਚਰਨਜੀਤ ਸਿੰਘ ਚੰਨੀ ਹੋਣਾ ਦੀ ਜਦੋਂ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਇਸ ਸੂਬੇ ਦਾ ਮੁੱਖ ਮੰਤਰੀ ਥਾਪਿਆ ਉਦੋਂ ਦੀ ਸਟੇਟਮੈਂਟ ਆ। ਇਹਦਾ ਮਤਲਬ ਕਿ ਉਹਨਾਂ ਦੀਆਂ ਇਹ ਦੋ ਗੱਲਾਂ ਆਪਣੇ ਆਪ ਦੇ ਕੋਰਿਲੇਟ ਕਰਦੀਆਂ। ਔਰ ਉਸ ਤੋਂ ਬਾਅਦ ਵੀ ਜੇ ਉਹਨਾਂ ਨੂੰ ਇਹ ਲੱਗਦਾ ਕਿ ਉਹ ਇਸ ਤਰ੍ਹਾਂ ਦੀ ਸੀਗੀ ਤੇ ਉਹਨਾਂ ਨੂੰ ਪਹਿਲੇ ਹੀ ਝੱਬੇ ਜਿੱਦਾਂ ਹੀ ਗੱਲ ਉੱਠੀ ਸੀ ਉਸੇ ਵੇਲੇ ਇਹਦੇ ਤੇ ਆਪਣਾ ਪ੍ਰਤੀਕਰਮ ਜਿਹੜਾ ਸਪਸ਼ਟ ਕਰ ਦੇਣਾ ਚਾਹੀਦਾ ਸੀਗਾ। ਔਰ ਹੁਣ ਵੀ ਉਹ ਇਸ ਗੱਲ ਨੂੰ ਸਪਸ਼ਟ ਕਰਨ ਦੀ ਬਜਾਏ ਉਹ ਇਹਦੇ ਨਾਲ ਆਸਾ ਪਾਸਾ ਜਿਹੜਾ ਹੈਗਾ ਉਹਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਆ, ਜਿਹੜਾ ਇਸ ਗੱਲ ਨੂੰ ਜਸਟੀਫਾਈ ਨਹੀਂ ਕਰਦਾ। ਸਰ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਇਹ ਗੱਲ ਬਹੁਤ ਆਈ ਸੀਗੀ ਕਿ ਜਿਸ ਤਰ੍ਹਾਂ ਬਕਾਇਦਾ ਦਲਿਤ ਸਮਾਜ ਦੇ ਅੰਦਰ ਉਹਨਾਂ ਨੇ ਇੱਕ ਮੁੱਖ ਮੰਤਰੀ ਨੂੰ ਬਣਾਇਆ ਸੀਗਾ, ਖਾਸ ਕਰਕੇ ਪੰਜਾਬ ਦੇ ਅੰਦਰ, ਜਿਸ ਸੂਬੇ ਦੇ ਅੰਦਰ ਪਿਛਲੇ 75 ਸਾਲਾਂ ਦੇ ਅੰਦਰ ਅਜਿਹਾ ਕੁਝ ਨਹੀਂ ਵਾਪਰਿਆ,
ਤਾਂ ਜੀ ਉਸ ਨੂੰ ਇੱਕ ਬੜਾ ਚੰਗਾ ਤੇ ਸ਼ੁਭ ਸ਼ਗਨ ਕਿਹਾ ਗਿਆ ਸੀਗਾ ਪੰਜਾਬ ਦੇ ਵਿੱਚ। ਤੇ ਸਮਾਜਿਕ ਜਿਹੜੇ ਸਾਡੇ ਵਿਦਵਾਨ ਸੀਗੇ, ਉਹਨਾਂ ਨੇ ਵੀ, ਸਮਾਜ ਸ਼ਾਸਤਰੀ ਵੀ ਸੀਗੇ, ਉਹਨਾਂ ਨੇ ਵੀ ਇਸ ਨੂੰ ਇੱਕ ਬਹੁਤ ਚੰਗਾ ਕਦਮ ਕਿਹਾ ਸੀਗਾ ਕਿ ਉਹਨਾਂ ਨੇ ਬਕਾਇਦਾ ਜਿਹੜਾ ਕਾਂਗਰਸ ਹਾਈ ਕਮਾਨ ਨੇ ਇਹ ਇੱਕ ਬਹੁਤ ਅਗਾਂਹ-ਵਧੂ ਕਦਮ ਚੁੱਕਿਆ, ਜਿਹਦੇ ਨਾਲ ਕਿ ਦਲਿਤ ਸਮਾਜ ਨੂੰ ਜਿਸ ਗੱਲ ਦਾ ਲੱਗਦਾ ਸੀਗਾ ਕਿ ਸਾਨੂੰ ਸੱਤਾ ਵਿੱਚ ਉਸ ਤਰ੍ਹਾਂ ਦੀ ਜਿਹੜੀ ਹੈ ਮਾਣ ਸਨਮਾਨ ਨਹੀਂ ਮਿਲ ਰਿਹਾ ਜਿਸ ਤਰ੍ਹਾਂ ਦਾ ਕਿ ਬਾਕੀ ਇੱਥੇ ਸਾਰੇ ਵਰਗਾਂ ਨੂੰ ਮਿਲ ਰਿਹਾ, ਤਾਂ ਕਾਂਗਰਸ ਹਾਈ ਕਮਾਂਡ ਦਾ ਇਹ ਕਹਿਣਾ ਸੀਗਾ ਕਿ ਅਸੀਂ ਪਹਿਲਾ ਸਾਡਾ ਮੁੱਖ ਮੰਤਰੀ ਹੈ ਹਿੰਦੁਸਤਾਨ ਦੇ ਵਿੱਚ ਜਿਹੜਾ ਦਲਿਤ ਸਮਾਜ ਦੇ ਵਿੱਚੋਂ ਅਸੀਂ ਬਣਾਇਆ ਹੈਗਾ, ਤੇ ਇਸ ਨੂੰ ਉਹਨਾਂ ਨੇ ਬੜੇ ਵੱਡੇ ਪੱਧਰ ਤੇ ਪ੍ਰਚਾਰਿਆ ਵੀ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਸੁਨੀਲ ਜਾਖੜ ਹੋਣਾ ਦਾ ਜੋ ਕੁਝ ਕਿਹਾ ਹੈਗਾ, ਇਹ ਉਸ ਤੋਂ ਬਾਅਦ ਦੇ ਪ੍ਰਤੀਕਰਮ ਹੈ ਜਾਂ ਉਸ ਸਮੇਂ ਵੀ ਮਤਲਬ ਉਹਨਾਂ ਦਾ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਗੱਲ ਕੀਤੀ ਸੀਗੀ ਕਿ ਮੈਨੂੰ ਇਸ ਕਰਕੇ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਕਿ ਮੈਂ ਹਿੰਦੂ ਹਾਂ, ਤੇ ਇਸ ਗੱਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਹਾਂ, ਬਿਲਕੁਲ ਸਰ ਦੇਖੋ ਇਹ ਸਪਸ਼ਟ ਹੈ ਸਾਰਾ ਕੁਛ ਵੀ ਜਦੋਂ ਉਹਨਾਂ ਦੀ ਵਾਰੀ ਆਈ ਤੇ ਉਸ ਵੇਲੇ ਇਹਨਾਂ ਦੇ ਸਟੇਟ ਦੇ ਜਿਹੜੇ ਪ੍ਰਧਾਨ ਹੈਗੇ ਆ ਸਿੱਧੂ ਸਾਹਿਬ ਨੇ ਇਹਨਾਂ ਦੇ ਵਿਰੋਧ ਦੇ ਵਿੱਚ ਉਹ ਭੁਗਤੇ ਆ ਤੇ ਉਹਨਾਂ ਨੇ ਇਹਨਾਂ ਨੂੰ ਨਹੀਂ ਵੰਡ ਦਿੱਤਾ। ਉਹ ਇਹਨਾਂ ਦਾ ਅੰਦਰੂਨੀ ਮਾਮਲਾ ਹੈ। ਉਹ ਅੰਦਰੂਨੀ ਮਾਮਲੇ ਦੇ ਵਿੱਚ ਕਿਸੇ ਨੂੰ ਬਣਾਇਆ ਜਾਂਦਾ, ਕਿਸੇ ਨੂੰ ਨਹੀਂ ਬਣਾਇਆ ਜਾਂਦਾ, ਉਹ ਇੱਕ ਵੱਖਰਾ ਜਿਹੜਾ ਵਿਸ਼ਾ ਆ। ਬਟ ਅੱਜ ਦੇ ਸਮੇਂ ਦੇ ਅੰਦਰ ਉਸ ਸੰਦਰਭ ਦੇ ਵਿੱਚ ਜਦੋਂ ਇਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਤੇ ਇਹਨਾਂ ਦੀ ਪੀੜਾ ਤਾਂ ਸਾਫ਼ ਜ਼ਾਹਰ ਹੁੰਦੀ ਹੈ। ਤੇ ਜਦੋਂ ਨਹੀਂ ਬਣਾਇਆ ਤੇ ਇੱਕ ਐਸੇ ਵਰਗ ਦੇ ਵਿੱਚੋਂ ਉਹਨੂੰ ਮੁੱਖ ਮੰਤਰੀ ਬਣਾ ਦਿੱਤਾ ਜਿਹਦੇ ਪ੍ਰਤੀ ਉਹਨਾਂ ਦੀ ਮਾਨਸਿਕਤਾ ਜਿਹੜੀ ਹੈ ਹੁਣ ਝਲਕ ਕੇ ਬਾਹਰ ਆਈ ਹੈ। ਔਰ ਉਹ ਝਲਕਣ ਤੋਂ ਬਾਅਦ ਅੱਜ ਫਿਰ ਉਹ ਇਸ ਗੱਲ ਨੂੰ ਐਡਮਿਟ ਕਰਨ ਨੂੰ ਤਿਆਰ ਨਹੀਂ ਵੀ ਮੇਰੇ ਕੋਲੋਂ ਇਦਾਂ ਦੀ ਗੱਲ ਕਹੀ ਗਈ ਹੈ। ਉਹ ਜਿਹੜੀ ਚੀਜ਼ ਹੈ ਉਹਨੂੰ ਕੋਰਲੇਟ, ਜਿੱਥੋਂ ਤੱਕ ਰਹੀ ਗੱਲ ਕਿ ਕਾਂਗਰਸ ਨੇ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ ਪਹਿਲੀ ਵਾਰ, ਤੇ ਫਿਰ ਕਾਂਗਰਸ ਨੂੰ ਆਪਣੇ ਅੰਦਰ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਏਡਾ ਵੱਡਾ ਫਿਰਕਾ ਜਿਹੜਾ ਇਹਨਾਂ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ, ਇਸ ਸੂਬੇ ਦੇ ਅੰਦਰ 32% ਦੇ ਕਰੀਬ ਜਿਹੜੀ ਹੈਗੀ ਆ ਆਬਾਦੀ ਔਰ 2 ਜਾਤਾਂ ਹੋਰ ਐਡ ਕਰਨ ਤੋਂ ਬਾਅਦ ਹੁਣ 39% ਦੇ ਕਰੀਬ ਪਹੁੰਚ ਗਈ ਹੈ। ਉਹਦੀ ਜਿਹੜੀ ਬਣਦੀ ਹਿੱਸੇਦਾਰੀ ਆ ਉਹ ਫਿਰ ਇਹਨਾਂ ਲੋਕਾਂ ਨੇ ਉਸ ਵੇਲੇ ਤੱਕ ਕਿਉਂ ਨਹੀਂ ਦਿੱਤੀ? ਹੁਣ ਇਹ ਉਸ ਵੇਲੇ ਜਦੋਂ ਪੰਜਾਬ ਦੇ ਅੰਦਰ ਪੋਲੀਟੀਕਲ ਸਮੀਕਰਨਾਂ ਬਦਲੀਆਂ ਤੇ ਫਿਰ ਇਹਨਾਂ ਨੇ ਇਸ ਪੱਤੇ ਦੇ ਤੌਰ ਦੇ ਉੱਤੇ ਉਹਨਾਂ ਨੂੰ ਖੇਡ ਕੇ ਸਾਹਮਣੇ ਪੇਸ਼ ਕੀਤਾ ਗਿਆ ਬਤੌਰ ਮੁੱਖ ਮੰਤਰੀ। ਔਰ ਇਹ ਗੱਲ ਸਾਬਤ ਵੀ ਕਰਦੀ ਹੈ ਕਿ ਪੰਜਾਬ ਦੇ ਅੰਦਰ ਬਾਕੀ ਜਗ੍ਹਾ ਕਾਂਗਰਸ ਬਿਲਕੁਲ ਸੁੰਗੜ ਗਈ ਹੈ ਤੇ ਦੁਆਬਾ ਤੇ ਦੁਆਬੇ ਦੇ ਵਿੱਚ ਖਾਸ ਕਰਕੇ ਜਿੱਥੇ ਧਾਰਮਿਕ ਡੇਰੇ ਇਸ ਸਮਾਜ ਦੇ ਨਾਲ ਸੰਬੰਧਿਤ ਹੈ, ਉੱਥੋਂ ਦੀਆਂ ਜਿਹੜੀਆਂ ਇੱਕ ਜ਼ਿਲ੍ਹੇ ਦੇ ਵਿੱਚੋਂ 5 ਸੀਟਾਂ ਇਹਨਾਂ ਨੂੰ ਮਿਲ ਜਾਣੀਆਂ, ਇਹ ਗੱਲ ਤਾਂ ਸਾਬਿਤ ਕਰਦਾ ਵੀ ਇਹਨਾਂ ਨੇ ਪੱਤਾ ਖੇਡਿਆ ਸੀਗਾ, ਬਟ ਉਹ ਪੱਤਾ ਬਾਕੀ ਜਗ੍ਹਾ ਇਹਨਾਂ ਨੂੰ ਸਾਰਥਕ ਸਾਬਤ ਨਹੀਂ ਹੋਇਆ। ਸੋ ਇਸ ਕਰਕੇ ਇਹ ਗੱਲਾਂ ਉੱਠਣੀਆਂ ਇਹਨਾਂ ਦੇ ਕੋਲੋਂ ਸੁਭਾਵਿਕ ਵੀ ਲੱਗਦੀਆਂ ਔਰ ਜਿਹੜੀ ਗੱਲ ਬਹੁਤ ਨਿੰਦਣਯੋਗ ਹੈ। ਇਹ ਰਾਏ ਸਾਹਿਬ, ਆਪਣਾ ਸ਼ੋਅ ਦਾ ਸਮਾਂ ਵੀ ਸਮਾਪਤ ਹੋ ਰਿਹਾ, ਤੁਸੀਂ ਇਹਦੇ ਬਾਰੇ ਕੋਈ ਹੋਰ ਤੁਹਾਡੀ ਆਖਰੀ ਟਿੱਪਣੀ ਹੋਵੇ ਜਾਂ ਤੁਸੀਂ ਆਪਣੇ ਵੱਲੋਂ ਕੁਝ ਦਲਿਤ ਸਮਾਜ ਦੇ ਜਾਂ ਕੁਝ ਸੁਨੇਹਾ ਦੇਣਾ ਹੋਵੇ? ਹਾਂ ਸਰ, ਮੈਂ ਦੇਖੋ ਸਪਸ਼ਟ ਰੂਪ ਚ ਦਲਿਤ ਸਮਾਜ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਦਲਿਤ ਸਮਾਜ ਨੂੰ ਇਹਨਾਂ ਇੱਕ ਵਿਅਕਤੀ ਦੇ ਉੱਤੇ ਕੇਂਦਰਿਤ ਨਹੀਂ ਹੋਣਾ ਚਾਹੀਦਾ। ਇੱਕ ਵਿਅਕਤੀ ਦੇ ਇੱਕ ਬਿਆਨ ਦੇ ਉੱਤੇ ਕੇਂਦਰਿਤ ਨਾ ਹੋ ਕੇ ਉਹਦੀ ਮਾਨਸਿਕਤਾ ਤੇ ਮਾਨਸਿਕਤਾ ਦੇ ਪਿੱਛੇ ਇੱਕ ਵਿਚਾਰਧਾਰਾ ਤੇ ਵਿਚਾਰਧਾਰਾ ਦੇ ਪਿੱਛੇ ਇੱਕ ਜਿਹੜਾ ਵਾਤਾਵਰਣ ਹੈ ਉਹਦੇ ਉੱਤੇ ਆਪਾਂ ਨੂੰ ਜਾਣਾ ਚਾਹੀਦਾ। ਜੇ ਇਹ ਵਾਤਾਵਰਣ ਨਾ ਹੁੰਦਾ, ਜੇ ਇਹ ਮਾਨਸਿਕਤਾ ਨਾ ਹੁੰਦੀ ਤੇ 75 ਸਾਲ ਦੇ ਸਮੇਂ ਦੇ ਅੰਦਰ ਜਦੋਂ ਕਿ ਕਾਂਗਰਸ ਨੇ ਕੇਂਦਰ ਦੇ ਅੰਦਰ ਤੇ ਸੂਬਿਆਂ ਦੇ ਅੰਦਰ ਲੰਬਾ ਸਮਾਂ ਲਗਭਗ 55 ਸਾਲ ਨਿਰੋਲ ਰਾਜ ਕੀਤਾ ਤੇ ਉਹਦੇ ਅੰਦਰ ਕਿੰਨੇ ਮੁੱਖ ਮੰਤਰੀ ਜਿਹੜੇ ਉਹ ਬਣ ਸਕਦੇ ਸੀਗੇ, ਪਰ ਇਹਨਾਂ ਨੇ ਬੜਾ ਤਮਾਸ਼ਬੀਨੀ ਢੰਗ ਦੇ ਨਾਲ ਇੱਕ ਐਸਾ ਮੁੱਖ ਮੰਤਰੀ ਵੀ ਇਹਨਾਂ ਨੇ 3 ਵਾਰੀ ਬਣਾਇਆ ਜਿਹਦਾ 3 ਵਾਰੀ ਦਾ ਸਮਾਂ ਟੋਟਲ 100 ਦਿਨ ਨਹੀਂ ਬਣਦਾ। ਅੰਦਾਜ਼ਾ ਲਗਾਓ, ਕੋਈ ਇਹ ਨਵੀਂ ਗੱਲ ਨਹੀਂ ਹੈ ਵੀ ਇਹਨਾਂ ਨੇ ਪਹਿਲਾਂ ਵੀ ਇਦਾਂ ਦੇ ਮੁੱਖ ਮੰਤਰੀ ਬਣਾਏ ਆ ਜਿਨ੍ਹਾਂ ਦੇ ਨਾਲ ਮਜ਼ਾਕ ਹੀ ਕਰਦੇ ਰਹੇ ਔਰ ਹੁਣ ਵੀ ਉਹ ਮਜ਼ਾਕ ਦੇ ਤੌਰ ਤੇ ਹੀ ਲੈ ਕੇ ਤੇ ਅੱਜ ਤੋਂ ਇਸ ਲਈ ਸਮਾਜ ਦੇ ਲੋਕਾਂ ਨੂੰ ਇਹ ਚਾਹੀਦਾ ਕਿ ਵਿਅਕਤੀ ਵਿਸ਼ੇਸ਼ ਦੇ ਪਿੱਛੇ ਜਾਂ ਵਿਅਕਤੀ ਦੀ ਉਸ ਇਕੱਲੀ ਸਟੇਟਮੈਂਟ ਦੇ ਪਿੱਛੇ ਨਾ ਜਾ ਕੇ ਇਹਨਾਂ ਦੀ ਵਿਚਾਰਧਾਰਾ, ਇਹਨਾਂ ਦੀ ਸੋਚ ਤੇ ਇਹ ਜਿਹੜਾ ਮਾਹੌਲ ਸਿਰਜਿਆ ਹੋਇਆ ਉਹਦੇ ਤੇ ਆਪਾਂ ਨੂੰ ਜਿਹੜਾ ਜ਼ੋਰਦਾਰ ਹੰਭਲਾ ਮਾਰਨ ਦੀ ਜ਼ਰੂਰਤ ਹੈ ਤਾਂ ਕਿ ਇਹਨਾਂ ਦੇ ਚੂਲੇ ਚੋਂ ਨਿਕਲ ਕੇ ਆਪਾਂ ਆਪਣੀ ਜਿਹੜੀ ਆ ਇੱਜ਼ਤ ਦੀ ਬਹਾਲੀ, ਆਪਣੇ ਇਖਲਾਕ ਦੀ ਬਹਾਲੀ ਵਾਸਤੇ ਆਪਾਂ ਲੜਾਈ ਜਿਹੜੀ ਲੜ ਸਕਦੇ। ਇੱਥੇ ਹੀ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ। ਰਾਏ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਔਰ ਇਸ ਦੇ ਉੱਤੇ ਆਪਣਾ ਜਿਹੜਾ ਸੁਨੇਹਾ ਹੈ ਦਲਿਤ ਸਮਾਜ ਤੱਕ ਉਹ ਵੀ ਦਿੱਤਾ। ਬਹੁਤ ਬਹੁਤ ਧੰਨਵਾਦ। ਤੇ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਦੋਸਤੋ, ਜੇ ਸਾਡਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ। ਧੰਨਵਾਦ ਸਰ।